ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਤੁਹਾਨੂੰ ਪਤਾ ਕਿ ਪਾਕਿਸਤਾਨ ਤੋਂ ਜਿਹੜੀ ਫਲਾਈਟ ਆਉਂਦੀ ਹੈ ਇੱਥੇ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ ਦੀ ਟੋਰਾਂਟੋ ਦੇ ਵਿੱਚ, ਅਤੇ ਟੋਰਾਂਟੋ ਦੇ ਵਿੱਚ ਆ ਕੇ ਉਹ ਹੋਟਲ ਦੇ ਵਿੱਚ ਸਟਾਫ ਜਿਹੜਾ ਰਾਤ ਸਟੇ ਕਰਦਾ ਹੈ, ਅਤੇ ਮੁੜ ਕੇ ਵਾਪਸ ਉੱਥੇ ਆ ਕੇ ਕਰਿਓ ਅਗਲੇ ਦਿਨ 에ਅਰਪੋਰਟ ਦੇ ਉੱਤੇ ਮਿਲਦਾ, ਅਤੇ ਮੁੜ ਕੇ ਗਾਂਹ ਜੇ ਤਾਂ ਵਾਪਸ ਪਾਕਿਸਤਾਨ ਜਾਣਾ ਹੋਵੇ ਉਧਰਲੇ ਪਾਸੇ ਚਲੇ ਜਾਂਦੇ, ਗਾਂਹ ਕਿਤੇ ਜਾਣਾ ਹੋਵੇ ਤਾਂ ਉਹ ਅੱਗੇ ਚਲੇ ਜਾਂਦੇ ਆ। ਹੋ ਕੀ ਰਿਹਾ, ਜਿਹੜੇ ਪਾਕਿਸਤਾਨ ਦੇ ਇੰਟਰਨੈਸ਼ਨਲ 에ਅਰਲਾਈਨਸ ਦੇ ਫਲਾਈਟ ਅਟੈਂਡੈਂਟਸ ਨੇ ਉਹ ਗਵਾਚ ਜਾਂਦੇ ਆ, ਇੱਥੋਂ ਗੁੰਮ ਹੋ ਜਾਂਦੇ, ਉਹ ਦੌੜ ਜਾਂਦੇ ਕਹਿ ਲਓ ਦੂਜੇ ਸ਼ਬਦਾਂ ਦੇ ਵਿੱਚ। ਜਿਹੜੇ PIA ਅਟੈਂਡੈਂਟਸ ਨੇ ਉਹ ਆਉਂਦੇ ਹੀ ਨਹੀਂ ਦੂਜੇ ਦਿਨ। PIA ਦੇ ਅਨੁਸਾਰ ਘੱਟੋ ਘੱਟ 8 ਅਟੈਂਡੈਂਟ ਜਿਹੜੇ ਆ ਉਹ ਪਿਛਲੇ 1.5 ਸਾਲ ਦੇ ਵਿੱਚ ਡਿਸਅਪੀਅਰ ਹੋ ਚੁੱਕੇ ਆ, ਵੀ ਕਦੇ ਕੋਈ ਤੇ ਕਦੇ ਕੋਈ ਇੱਦਾਂ ਜਿਹੜੇ ਆ ਉਹ ਗਵਾਚ ਜਾਂਦੇ ਆ। ਹੁਣ ਕੁਦਰਤੀ ਆ ਵੀ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੁੰਦੀਆਂ ਉੱਥੇ ਲੋਕਾਂ ਦਾ ਇੱਕੋ ਹੀ ਮਕਸਦ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ, ਅਤੇ ਜਿਹੜੀਆਂ ਡਿਵੈਲਪਡ ਕੰਟਰੀਆਂ ਨੇ, ਜਿੱਥੇ ਦੇਸ਼ ਨੇ ਜਿੱਥੇ ਸਾਰਾ ਕੁਛ ਠੀਕ ਠਾਕ ਆ, ਉੱਥੇ ਆ ਕੇ ਅਸੀਂ ਕਿਸੇ ਤਰ੍ਹਾਂ ਆਪਣਾ ਜੀਵਨ ਬਸਰ ਕਰੀਏ। ਅਤੇ ਉਹ ਹੁਣ ਆਉਂਦੇ ਆ ਇੱਥੇ ਆ ਕੇ ਫਿਰ ਉਹ ਅਸਾਈਲਮ ਦੇ ਲਈ ਅਪਲਾਈ ਕਰ ਦਿੰਦੇ। ਜਿਹੜੇ ਗਵਾਚ ਜਾਂਦੇ ਆ, ਇਹਨਾਂ ਨੇ ਬਾਅਦ 'ਚ ਦੇਖਿਆ ਵੀ ਇਹ ਕਰਦੇ ਕੀ ਆ ਜਾਂ ਜਾਂਦੇ ਕਿੱਥੇ ਆ, ਇਹ ਅਸਾਈਲਮ ਲਈ ਅਪਲਾਈ ਕਰ ਦਿੰਦੇ ਆ, ਅਤੇ ਫਿਰ ਇੱਥੇ ਉਹ ਰਹਿਣਾ ਸ਼ੁਰੂ ਕਰ ਦਿੰਦੇ ਆ। ਸੋ ਇੱਕ ਸਟੋਰੀ ਜਿਹੜੀ ਬੜੀ ਚਿੰਤਾ ਵਾਲੀ ਵੀ ਆ ਕਿ 8 ਫਲਾਈਟ ਅਟੈਂਡੈਂਟ ਪਿਛਲੇ 1.5 ਸਾਲ ਦੇ ਵਿੱਚ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੋਂ ਚਲੇ ਗਏ ਆ। ਇਹ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਸੀ, ਇਹ ਨਹੀਂ ਕਿ ਪਹਿਲੀ ਵਾਰੀ ਹੋਣ ਲੱਗਾ, ਪਹਿਲਾਂ ਕਦੇ ਇੱਦਾਂ ਹੋਇਆ ਨਹੀਂ ਸੀ, ਹੁੰਦਾ ਸੀ, ਪਰ ਉਹਨਾਂ ਦੀ ਫਰੀਕੁਐਂਸੀ ਵੱਧ ਗਈ। ਇਹਦਾ ਮਤਲਬ ਆ ਕਿ ਇਹ ਜਲਦੀ ਵਾਪਰਨ ਲੱਗ ਪਈਆਂ। ਜਿਹੜੀ ਆ ਅਕਤੂਬਰ 2022 ਤੋਂ ਲੈ ਕੇ ਜਿਹੜੇ ਲੋਕ ਜਿਨ੍ਹਾਂ ਨੇ ਆਪਟ ਕੀਤੀ ਆ ਅਸਾਈਲਮ, ਉਹਨਾਂ ਦਾ ਨੰਬਰ ਬਹੁਤ ਜ਼ਿਆਦਾ ਵੱਧ ਗਿਆ। ਇੱਕ ਇਹਨਾਂ ਨੇ ਇੰਟਰਵਿਊ ਦੇ ਵਿੱਚ ਦੱਸਿਆ ਆ ਕਿ ਜਿਹੜੇ ਕਰਿਊ ਮੈਂਬਰਸ ਨੇ, ਜਿਹੜੇ ਮਤਲਬ ਜਿਹੜੇ ਵੀ ਡਿਸਅਪੀਅਰ ਹੋਏ ਆ, ਜਿਹੜੇ ਇੱਥੋਂ ਚਲੇ ਗਏ 에ਅਰਪੋਰਟ ਤੋਂ ਹੋਟਲ ਚਲੇ ਗਏ, ਹੋਟਲ ਤੋਂ ਵਾਪਸ 에ਅਰਪੋਰਟ ਆਉਣਾ ਸੀ ਦੂਜੇ ਦਿਨ, ਅਤੇ ਉਹ ਨਹੀਂ ਆਏ। ਅਤੇ ਉਹਨਾਂ ਦਾ ਰੌਲਾ ਇਹ ਆ ਕਿ ਉਹ ਵਾਪਸ ਕਦੇ ਵੀ ਨਹੀਂ ਆਏ, ਮਤਲਬ ਉਹਨਾਂ ਨੇ ਕਦੇ ਵੀ ਉੱਥੇ ਆ ਕੇ ਉੱਥੇ ਰਿਪੋਰਟ ਨਹੀਂ ਕੀਤਾ, ਅਤੇ ਉਹ ਮੁੜ ਕੇ ਜਾ ਕੇ ਉਹਨਾਂ ਨੇ ਅਸਾਈਲਮ ਦੇ ਲਈ ਅਪਲਾਈ ਕਰਤਾ, ਅਤੇ ਫਿਰ ਜਿਹੜਾ ਪ੍ਰੋਸੈਸ ਆ ਉਹਨਾਂ ਦੀ ਬਾਅਦ ਅੱਗੇ ਜਾਂ ਤਾਂ ਪੱਕੇ ਹੋ ਜਾਂਦੇ ਆ ਇੱਥੇ, ਜਾਂ ਹੋਰ ਤਰੀਕੇ ਦੇ ਨਾਲ ਫਿਰ ਰਹਿਣਾ ਸ਼ੁਰੂ ਕਰ ਦਿੰਦੇ। ਪਰ ਇਹ ਸਮੱਸਿਆ ਜਿਹੜੀ ਇੱਕ ਬਹੁਤ ਵੱਡੀ ਆ ਕਿ ਜਿਹੜੀਆਂ ਇਹਨਾਂ ਡਿਵੈਲਪਿੰਗ ਕੰਟਰੀਜ਼ ਆ ਜਾਂ ਪਾਕਿਸਤਾਨ, ਇੱਥੋਂ ਲੋਕ ਆਉਂਦੇ ਆ ਕੇ ਇੱਥੇ ਆ ਕੇ, ਅਤੇ ਫਲਾਈਟ ਅਟੈਂਡੈਂਟ ਨੇ ਜਿਹੜੇ ਖਾਸ ਤੌਰ ਦੇ ਉੱਤੇ ਉਹ ਚਲੇ ਜਾਂਦੇ ਆ, ਗਾਇਬ ਹੋ ਜਾਂਦੇ ਆ, ਅਤੇ ਮੁੜ ਕੇ ਫਿਰ ਇੱਥੇ ਆ ਕੇ ਉਹ ਰਾਜਸੀ ਸ਼ਰਨ ਦੇ ਲਈ ਅਪਲਾਈ ਕਰ ਦਿੰਦੇ ਆ, ਅਤੇ ਉਹਦੇ ਤੋਂ ਬਾਅਦ ਜਿਹੜਾ ਨੁਕਸਾਨ 에ਅਰਲਾਈਨ ਦਾ ਹੁੰਦਾ। ਦੂਜੀ ਗੱਲ ਮੈਂ ਦੋਸਤੋ ਅੱਜ ਅੰਟਾਰੀਓ ਦੇ ਸਕੂਲਾਂ ਬਾਰੇ ਕਰਨੀ ਹੈ। 4 ਅੰਟਾਰੀਓ ਦੇ ਜਿਹੜੇ 4 ਮੇਜਰ ਅੰਟਾਰੀਓ ਸਕੂਲ ਬੋਰਡਸ ਨੇ, ਉਹਨਾਂ ਨੇ ਵੱਡੇ ਸੋਸ਼ਲ ਮੀਡੀਆ ਕੰਪਨੀਆਂ ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਟਿਕਟੌਕ ਆ, ਇਹਨਾਂ ਦੇ ਉੱਤੇ ਕੇਸ ਕਰ ਦਿੱਤਾ, ਜਾਂ ਇੱਦਾਂ ਕਹਿ ਲਓ ਇਹਨੂੰ ਸੂ ਕੀਤਾ ਆ। ਪਲੇਟਫਾਰਮਸ ਜਿਹੜੇ ਡਿਜ਼ਾਈਨ ਕੀਤੇ ਗਏ ਆ, ਉਹ ਕਹਿੰਦੇ ਇਸ ਤਰੀਕੇ ਦੇ ਨਾਲ ਕਿ ਜੋ ਚੀਜ਼ ਬੱਚਿਆਂ ਦੇ ਲਈ ਮਾੜੀ ਆ, ਜਾਂ ਜਿਹੜੀ ਚੀਜ਼ ਮਾੜੀ ਉਹ ਇੱਥੋਂ ਸਿੱਖਦੇ ਆ, ਜਾਂ ਜਿਹੜੀ ਮੈਂਟਲ ਹੈਲਥ ਦੇ ਲਈ ਮਾੜੀ ਚੀਜ਼ ਆ, ਉਹ ਜਾਣ ਬੁੱਝ ਕੇ ਡਿਜ਼ਾਈਨ ਕੀਤੀ ਜਾਂਦੀ ਹੈ। ਜਦੋਂ ਇੱਕ ਵਾਰ ਡਿਜ਼ਾਈਨ ਕੀਤੀ ਜਾਂਦੀ ਹੈ ਤਾਂ ਬੱਚੇ ਇਹਨਾਂ ਜਿਹੜੀਆਂ ਸਾਈਟਸ ਨੇ ਇਹਨਾਂ ਦੇ ਉੱਤੇ, ਉਹਨਾਂ ਦੇ ਵਿੱਚ ਅਡਿਕਟ ਹੋ ਜਾਂਦੇ, ਉਹਨਾਂ ਨੂੰ ਆਦਤ ਪੈ ਜਾਂਦੀ ਹੈ। ਜਿਹੜਾ ਬੋਰਡ ਆ ਇਹ 4.5 ਬਿਲੀਅਨ ਦੀ ਟੋਟਲ ਡੈਮੇਜ ਦੀ ਮੰਗ ਕਰ ਰਿਹਾ ਆ ਇਹਨਾਂ ਕੰਪਨੀਆਂ ਤੋਂ। 4.5 ਬਿਲੀਅਨ ਕਿਹਾ ਜਾ ਰਿਹਾ ਕਿ ਸੋਸ਼ਲ ਮੀਡੀਆ ਐਪਸ ਸਾਈਬਰ ਬੁਲਿੰਗ ਨੂੰ ਪ੍ਰਮੋਟ ਕਰਦੀਆਂ, ਇਹ ਹੇਟ ਸਪੀਚ ਨੂੰ ਪ੍ਰਮੋਟ ਕਰਦੀਆਂ, ਅਤੇ ਇਹਨਾਂ ਦੇ ਉੱਤੇ ਹਾਰਮਫੁਲ ਕੰਟੈਂਟ ਹੁੰਦਾ ਆ। ਇਹਨਾਂ ਹਾਲਾਂਕਿ ਉਹ ਵੈਬਸਾਈਟਸ ਆਪ ਤਾਂ ਨਹੀਂ ਪਾਉਂਦੀਆਂ ਇਹ ਚੀਜ਼ਾਂ, ਪਾਉਂਦੇ ਤਾਂ ਲੋਕ ਹੀ ਆ, ਪਰ ਕਿਤੇ ਨਾ ਕਿਤੇ ਕਹਿੰਦੇ ਵੀ ਇਹਦੇ ਲਈ ਜ਼ਿੰਮੇਵਾਰ ਤੁਸੀਂ ਆ। ਇਸ਼ੂਜ਼ ਜਿਹੜੇ ਨੇ ਸਕੂਲ ਬੋਰਡ ਕਹਿ ਰਿਹਾ ਆ ਕਿ ਬਹੁਤਾ ਜਿਹੜਾ ਸਕੂਲ ਬੋਰਡ ਦਾ ਫਿਰ ਜਿਹੜੀ ਕਾਸਟ ਆ, ਜਿਹੜੀ ਮੈਂਟਲ ਹੈਲਥ ਪ੍ਰੋਗਰਾਮਸ ਦੇ ਉੱਤੇ ਜਾਂ ਦੂਜੇ ਰਿਸੋਰਸਿਸ ਦੇ ਉੱਤੇ ਉਹ ਵੱਧ ਜਾਂਦੀ ਹੈ। ਮਤਲਬ ਜਿਹੜਾ ਨੁਕਸਾਨ ਆ ਉਹ ਇਹ ਕੰਪਨੀਆਂ ਕਰ ਰਹੀਆਂ ਆ, ਸੋਸ਼ਲ ਮੀਡੀਆ ਕੰਪਨੀਆਂ, ਅਤੇ ਜਿਹਦਾ ਖਾਮਿਆਜਾ ਉਲਟਾ ਫਿਰ ਟੈਕਸ ਪੇਅਰ ਨੂੰ ਭੁਗਤਣਾ ਪੈਂਦਾ ਆ। ਲਾਸੂਟ ਆਪਣੀ ਕਿਸਮ ਦਾ ਪਹਿਲਾ ਲਾਸੂਟ ਆ ਕੈਨੇਡਾ ਦੇ ਵਿੱਚ। ਕੁਛ ਹੋਰ ਸਕੂਲ ਬੋਰਡ ਵੀ ਸੋਚ ਰਹੇ ਆ ਕਿ ਜਿਹੜੇ 4 ਸਕੂਲ ਬੋਰਡ ਆ ਇਹਨਾਂ ਨੂੰ ਜੁਆਇਨ ਕਰ ਲਿਆ ਜਾਵੇ। ਅੰਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਉਹ ਡਿਸਐਗਰੀ ਹੋਏ ਆ ਇਸ ਲਾਸੂਟ ਦੇ ਨਾਲ। ਉਹ ਕਹਿੰਦੇ ਵੀ ਇਹਨਾਂ ਨੂੰ ਬੱਚਿਆਂ ਦੇ ਉੱਤੇ ਫੋਕਸ ਕਰਨਾ ਚਾਹੀਦਾ, ਨਾ ਕਿ ਅਦਾਲਤੀ ਲੜਾਈਆਂ ਦੇ ਉੱਤੇ। ਕੁਛ ਪੇਰੈਂਟਸ ਕਹਿੰਦੇ ਆ ਕਿ ਫੋਨ ਇਹਨਾਂ ਤੋਂ ਪਰੇ ਲੈ ਲਿਆ ਜਾਵੇ ਕਲਾਸਾਂ ਦੇ ਵਿੱਚ, ਉਹ ਬੈਟਰ ਸੋਲੂਸ਼ਨ ਹੋ ਸਕਦਾ ਹੈ। ਕੁਛ ਇੱਦਾਂ ਬਿਲੀਵ ਕਰਦੇ ਆ ਕਿ ਜਿਹੜਾ ਸੋਸ਼ਲ ਮੀਡੀਆ ਕੰਪਨੀਜ਼ ਆ ਉਹਨਾਂ ਨੂੰ ਤਬਦੀਲੀ ਕਰਨੀ ਚਾਹੀਦੀਆਂ ਆਪਣੀਆਂ ਐਪਸ ਦੇ ਵਿੱਚ, ਤਾਂ ਕਿ ਜਿਹੜੀਆਂ ਬੱਚਿਆਂ ਦੇ ਲਈ ਜ਼ਿਆਦਾ ਸੇਫ ਹੋ ਸਕਣ। ਸੋ 4 ਮੇਜਰ ਜਿਹੜੇ ਵੱਡੇ ਅੰਟਾਰੀਓ ਸਕੂਲ ਬੋਰਡ ਨੇ ਉਹ ਇਹ ਸਟੈਪ ਲੈ ਰਹੇ ਆ। ਇਹ ਜਿਨ੍ਹਾਂ ਦੇ ਵਿੱਚ ਜਿਹੜੀ ਪਬਲਿਕ ਡਿਸਟ੍ਰਿਕਟ ਸਕੂਲ ਬੋਰਡ ਟੋਰਾਂਟੋ, ਪੀਲ,
ਓਟਵਾ, ਕਾਰਲਟਨ ਤੇ ਇਹਨਾਂ ਦੇ ਨਾਲ ਜਿਹੜਾ ਟੋਰਾਂਟੋ ਦਾ ਕੈਥੋਲਿਕ ਕਾਊਂਟਰ ਪਾਰਟ ਆ ਉਹ 4.5 ਬਿਲੀਅਨ ਦੇ ਟੋਟਲ ਡੈਮੇਜ ਦੀ ਮੰਗ ਕਰ ਰਹੇ ਆ। ਜਿਹੜੀਆਂ ਇਹਨਾਂ ਦੀਆਂ ਐਪਸ ਬਣਾਉਣ ਵਾਲੀਆਂ ਕੰਪਨੀਆਂ ਆ ਉਹਨਾਂ ਦੇ ਉੱਤੇ ਕੇਸ ਕੀਤਾ ਇਹਨਾਂ ਨੇ। ਜਿੱਦਾਂ ਜਿਹੜੀ ਮੈਟਾ ਪਲੇਟਫਾਰਮਸ ਨੇ, ਮੈਟਾ ਪਲੇਟਫਾਰਮਸ ਇੰਕ ਜਿਹੜੀ ਹੈਗੀ ਆ, ਸਨੈਪ ਇੰਕ ਤੇ ਬਾਈਟ ਡੈਂਸ ਲਿਮਟਿਡ ਜਿਹੜੀਆਂ ਕਿ ਓਪਰੇਟ ਕਰ ਰਹੀਆਂ ਇਹਨਾਂ ਫੇਸਬੁੱਕ ਨੂੰ, ਇੰਸਟਾਗ੍ਰਾਮ ਨੂੰ, ਇਹ ਸਨੈਪਚੈਟ ਨੂੰ ਤੇ ਟਿਕਟੋਕ ਨੂੰ। ਹੁਣ ਦੇਖੋ ਇਹਦਾ ਨਤੀਜਾ ਕੀ ਨਿਕਲਦਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਨੂੰ ਇਹ ਗੱਲਬਾਤ ਜਾਂਦੀ ਹੈ। ਪਰ ਸੋਸ਼ਲ ਮੀਡੀਆ ਤੋਂ ਬਚਿਆ ਨਹੀਂ ਜਾ ਸਕਦਾ। ਬੱਚਿਆਂ ਤੋਂ ਫ਼ੋਨ ਲੈਣਾ ਇੱਕ ਵਕਤੀ ਤੌਰ 'ਤੇ ਹੱਲ ਤਾਂ ਹੋ ਸਕਦਾ ਪਰ ਪੱਕਾ ਹੱਲ ਨਹੀਂ ਹੋ ਸਕਦਾ। ਜੋ ਕੁਛ ਉਹਦੇ ਉੱਤੇ ਦਿਖਾਇਆ ਜਾ ਰਿਹਾ ਉਹ ਇੰਨੇ ਕੁ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਕਿ ਬੱਚੇ ਜਦੋਂ ਇੱਧਰਲੇ ਪਾਸੇ ਸ਼ੁਰੂ ਹੁੰਦੇ ਆ ਤਾਂ ਫਿਰ ਉਹਨਾਂ ਕੋਲੋਂ ਇਹਦਾ ਸਾਥ ਛੁੱਟਦਾ ਨਹੀਂ, ਇਹਦੇ ਤੋਂ ਨਿਗਾਹ ਜਿਹੜੀ ਆ ਉਹਨਾਂ ਤੋਂ ਪਰੇ ਨਹੀਂ ਜਾਂਦੀ। ਅਗਲੀ ਗੱਲਬਾਤ ਦੋਸਤੋ, ਅੱਜ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਥੇ ਸਰੀ ਦੇ ਵਿੱਚ ਨੇ, BC ਦੇ ਵਿੱਚ ਨੇ। ਕੱਲ੍ਹ ਉਹ ਵੈਨਕੂਵਰ ਦੇ ਵਿੱਚ ਉਹਨਾਂ ਨੇ ਐਲਾਨ ਕੀਤੇ ਸੀ, ਅੱਜ ਇੱਥੇ ਕੁਛ ਐਲਾਨ ਕੀਤੇ। ਇਹਦੇ 'ਚ ਇੱਕ ਮਹੱਤਵਪੂਰਨ ਗੱਲਬਾਤ ਜਿਹੜੀ ਅੱਜ ਸਾਹਮਣੇ ਆਈ ਹੈ ਕਿ ਕੈਨੇਡੀਅਨ ਸਰਕਾਰ ਨਵਾਂ ਇੱਕ ਲੋਨ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਚਾਈਲਡ ਕੇਅਰ ਪ੍ਰੋਵਾਈਡਰਸ ਦੀ ਮਦਦ ਕਰਨ ਦੇ ਲਈ ਤੇ ਇਹਦੀਆਂ ਸਪੇਸਿਸ ਨੂੰ ਐਕਸਪੈਂਡ ਕਰਨ ਦੇ ਲਈ, ਹੋਰ ਜ਼ਿਆਦਾ ਸਪੇਸਿਸ ਲਿਆਉਣ ਦੇ ਲਈ। ਉਹ $1 ਬਿਲੀਅਨ ਦੇ ਲੋ ਕਾਸਟ ਲੋਨ ਤੇ 60 ਮਿਲੀਅਨ ਜਿਹੜਾ ਆ ਗ੍ਰਾਂਟ ਪਬਲਿਕ ਤੇ ਨਾਨ ਪ੍ਰੋਫਿਟ ਚਾਈਲਡ ਕੇਅਰ ਪ੍ਰੋਵਾਈਡਰਸ ਲਈ ਲੈ ਕੇ ਆ ਰਹੀ ਹੈ। $1 ਬਿਲੀਅਨ ਦਾ ਲੋ ਕਾਸਟ ਲੋਨ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲਬਾਤ ਆ। ਤੇ ਐਡੀਸ਼ਨਲ 48 ਮਿਲੀਅਨ ਜਿਹੜਾ ਆ ਉਹ ਦਿੱਤਾ ਜਾਊਗਾ ਆਉਣ ਵਾਲੇ 4 ਸਾਲਾਂ ਦੇ ਵਿੱਚ ਜਿਹੜਾ ਸਟੂਡੈਂਟ ਲੋਨ ਮਾਫ ਕਰਨ ਦੇ ਲਈ, ਜਿਹੜੇ ਅਰਲੀ ਚਾਈਲਡਹੁੱਡ ਐਜੂਕੇਟਰਸ ਨੇ, ਮਤਲਬ ਜਿਹੜੇ ਉਹਨਾਂ ਦੀ ਪੜ੍ਹਾਈ ਨਾਲ ਸੰਬੰਧਿਤ ਕੋਰਸ ਕਰਨਗੇ ਉਹਨਾਂ ਦਾ ਮਾਫ ਕੀਤਾ ਜਾਊਗਾ। ਟੀਚਰਾਂ ਨੂੰ ਵੀ ਇਨਕਰੇਜ ਕੀਤਾ ਜਾ ਰਿਹਾ ਕਿ ਉਹ ਜਿਹੜੇ ਸਮਾਲਰ ਕਮਿਊਨਿਟੀਜ਼ ਦੇ ਵਿੱਚ ਜਾ ਕੇ ਹੋਰ ਕੰਮ ਕਰਨ। ਸਰਕਾਰ $10 ਮਿਲੀਅਨ ਇਨਵੈਸਟ ਕਰ ਰਹੀ ਹੈ ਆਉਣ ਵਾਲੇ 2 ਸਾਲਾਂ ਦੇ ਵਿੱਚ ਤਾਂ ਕਿ ਅਰਲੀ ਚਾਈਲਡਹੁੱਡ ਐਜੂਕੇਟਰਸ ਨੂੰ ਟ੍ਰੇਨ ਕੀਤਾ ਜਾ ਸਕੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਜਿਹੜੀ ਅਨਾਊਂਸਮੈਂਟ ਕੀਤੀ ਆ, ਕਮਿਊਨਿਟੀ ਜਿਹੜੀ ਕਮਿਟਮੈਂਟਸ ਉਹਨਾਂ ਨੇ ਦਿੱਤੀ ਆ ਸਰੀ ਦੇ ਵਿੱਚ, ਜ਼ਿਆਦਾ ਅਫੋਰਡੇਬਲ ਚਾਈਲਡ ਕੇਅਰ ਸਪੇਸਿਸ ਅਸਲ ਦੇ ਵਿੱਚ ਦੇਸ਼ ਦੇ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਜਿਹੜੀ ਆ ਉਹ ਇਹ ਨਿਊਜ਼ ਦੇ ਰਹੀ ਆ ਜਾਂ ਇਹ ਸਪਰੈਡ ਕਰ ਰਹੀ ਆ ਕਿ ਕੈਨੇਡਾ ਬਜਟ ਰਿਲੀਜ਼ ਤੋਂ ਪਹਿਲਾਂ ਇਹ ਕੁਛ ਕਰ ਰਿਹਾ ਹੈ। ਕੈਨੇਡਾ ਦਾ ਮੈਸੇਜ ਸਿੱਧਾ ਫੋਕਸ ਆ ਕਿ ਜਿਹੜੀ ਜਨਰੇਸ਼ਨਲ ਫੇਅਰਨੈਸ ਜਿਹੜੀ ਇਹ ਚੈਲੰਜਸ ਨੂੰ ਐਡਰੈਸ ਕਰਨ ਦੇ ਲਈ। ਦੋਸਤੋ ਅਗਲੀ ਗੱਲਬਾਤ ਜਿੱਦਾਂ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ, ਆਪਾਂ ਰਵੀ ਪਰਮਾਰ ਹੋਣਾ ਨਾਲ ਕਰਨੀ ਆ, ਜਿਹੜੇ ਪਾਰਲੀਮਾਨੀ ਸਕੱਤਰ ਨੇ ਸਾਡੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੰਟਰਨੈਸ਼ਨਲ ਕ੍ਰੈਡੈਂਸ਼ੀਅਲਸ ਦੇ ਲਈ, ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ। ਉਹਨਾਂ ਨੂੰ ਪਿਛਲੇ ਥੋੜ੍ਹੇ ਜਿਹੇ ਸਮੇਂ ਤੋਂ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਾਣਕਾਰੀ ਉਹਨਾਂ ਤੋਂ ਆਪਾਂ ਇਹ ਲੈਣੀ ਹੈ ਕਿ ਕੀ ਇਸ ਵੇਲੇ ਇਸ ਫੀਲਡ ਦੇ ਵਿੱਚ ਹੋ ਰਿਹਾ ਆ। ਜਿਹੜੇ ਬਾਕੀ ਥਾਵਾਂ ਦੇਸ਼ਾਂ ਤੋਂ ਲੋਕ ਆ ਰਹੇ ਆ ਕੋਈ ਡਿਗਰੀ ਕਰਕੇ, ਉਹਨਾਂ ਨੂੰ ਇੱਥੇ ਮਾਨਤਾ ਕਿੱਦਾਂ ਦਿੱਤੀ ਜਾ ਰਹੀ ਹੈ ਤੇ ਕੀ ਇਹਦਾ ਪ੍ਰੋਸੈਸ ਆ। ਆਓ ਗੱਲਬਾਤ ਕਰਦੇ ਹਾਂ ਰਵੀ ਪਰਮਾਰ ਜੀ ਦੇ ਨਾਲ। ਬਹੁਤ ਸਾਰੇ ਲੋਕ ਆ ਜਿਹੜੇ ਵੱਖ-ਵੱਖ ਥਾਵਾਂ ਦੇ ਤੋਂ ਆਏ ਆ, ਇੱਥੇ ਆ ਕੇ ਉਹ ਆਪਣੀ ਪ੍ਰੋਫੈਸ਼ਨ ਦੇ ਵਿੱਚ ਜਾਂ ਆਪਣੀ ਸਕਿੱਲ ਦੇ ਵਿੱਚ ਨਹੀਂ ਆ, ਉਹਦੇ ਵਿੱਚ ਕੁਛ ਦਿੱਕਤਾਂ ਹੁੰਦੀਆਂ, ਕੁਛ ਪ੍ਰੋਬਲਮਸ ਹੁੰਦੀਆਂ ਜਿਹਦੇ ਕਰਕੇ ਉਹ ਉਸ ਫੀਲਡ ਦੇ ਵਿੱਚ ਨਹੀਂ ਜਾ ਸਕਦੇ ਜਿੱਥੇ ਉਹਨਾਂ ਨੂੰ ਹੋਣਾ ਚਾਹੀਦਾ। ਰਵੀ ਪਰਮਾਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿਸਟਰ ਸਿੰਘ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਜੀ, ਸਭ ਤੋਂ ਪਹਿਲਾਂ ਇਹ ਤੋਂ ਪਹਿਲਾਂ ਕਿ ਅਸੀਂ ਉੱਧਰਲੇ ਪਾਸੇ ਜਾਈਏ, ਮੈਂ ਜਾਣਨਾ ਚਾਹੁੰਦਾ ਕਿ ਅੱਜ ਜਿਹੜੀ ਇੱਕ ਖਬਰ ਆ ਰਹੀ ਹੈ ਕਿ ਜਿਹੜੀ ਮਲਟੀ ਲੈਂਗੁਏਜ ਸਪੋਰਟ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨਿਊ ਕਮਰਸ ਨੂੰ, ਉਹਦੇ ਲਈ ਅੱਜ ਅਪਡੇਟ ਕੀ ਹੈ ਜੀ? ਹਾਂਜੀ ਬਿਲਕੁਲ ਮਿਸਟਰ ਸਿੰਘ, ਵੈਰੀ ਗੁੱਡ ਨਿਊਜ਼ ਅਨਾਊਂਸਮੈਂਟ ਸੀ ਸਾਡੀ ਸਰਕਾਰ ਨੇ ਮੇਕ ਕੀਤੀ। ਸਾਨੂੰ ਪਤਾ ਹੈ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ hundreds of thousands of ਲੋਕ ਇੱਥੇ ਮੂਵ ਹੋਏ ਹੋ ਆ, ਰੀਲੋਕੇਟ ਹੋਏ ਹੋ ਆ other provinces and other countries. ਸਾਡੀ economy very strong ਹੈ, and certainly even though challenges ਹੈਗੇ ਆ cost of living, inflation ਦੇ ਵਿੱਚ, ਇੱਥੇ ਮੰਗਦੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਨੂੰ, whether ਵਿਕਟੋਰੀਆ ਦੇ ਵਿੱਚ where ਮੈਂ ਰਹਿੰਦਾ ਆ, or ਇੱਥੇ ਵੈਂਕੂਵਰ ਏਰੀਆ ਦੇ ਵਿੱਚ, ਸਰੀ ਦੇ ਏਰੀਆ ਦੇ ਵਿੱਚ, or northern or interior BC ਦੇ ਵਿੱਚ ਬਹੁਤ ਲੋਕ ਆਉਂਦੇ ਆ। and ਸਾਨੂੰ ਪਤਾ ਆ that ਸਾਡੀ ਸਰਕਾਰ ਦੀ number one responsibility ਆ ਇੱਥੇ welcome ਕਰਨ ਨੂੰ and ensure ਇੱਥੇ individuals and families very strong and happy lives ਹੋ ਸਕਦੇ ਆ। So that's why ਅਸੀਂ very important announcement make ਕੀਤਾ Mr. Singh today. ਅਸੀਂ ਨਾ ਅਸੀਂ ਡਬਲ ਕੀਤਾ, ਨਾ ਟ੍ਰਿਪਲ ਕੀਤਾ, but ਅਸੀਂ quadruple funding provide ਕੀਤੀ ਹੋ ਆ। settlement agencies 6 million ਹੁੰਦਾ ਸੀ annual funding, ਅਸੀਂ ਹੁਣ 26 million ਕਰਤਾ
quadruple funding ਇਹ settlement agencies non-profits ਸੋ ਇਹ support provide ਕਰ ਸਕਦੇ ਆ employment skills ਦੇ ਵਿੱਚ orientation ਦੀ processes ਦੇ ਵਿੱਚ ਨਵੇਂ ਇੱਥੇ ਬੰਦੇ ਆਉਂਦੇ ਆ ਨਾਲ also language programming as well very good announcement ਇਹਦੇ ਨਾਲ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇੰਪੈਕਟ ਪਊਗਾ ਜਾਂ ਸਾਡੀਆਂ ਇੱਥੇ ਜਿਹੜੀਆਂ ਸਰਵਿਸਿਜ਼ ਆ ਉਹਨਾਂ ਦੇ ਵਿੱਚ ਕਿੰਨਾ ਕੁ ਬੈਟਰਮੈਂਟ ਆਊਗੀ ਇੱਥੇ ਹਾਂਜੀ ਬਿਲਕੁਲ ਮਿਸਟਰ ਸਿੰਘ ਸਾਨੂੰ ਪਤਾ ਹੈ ਇੱਥੇ ਲੋਕਲ ਏਜੰਸੀਜ਼ ਮੈਂ ਇੱਥੇ ਵੈਂਕੂਵਰ ਦੇ ਵਿੱਚ ਆਇਆ ਆ ਸਕਸੈਸ ਕੁਈਨੀ ਚੂ ਦੀ ਆਰਗੇਨਾਈਜੇਸ਼ਨ hopefully next couple of weeks ਦੇ ਵਿੱਚ ਪਿਕਸ ਦੇ ਨਾਲ ਮੀਟ ਕਰੂਗਾ and other social services agencies ਬਹੁਤ ਕੰਮ ਕਰਦੇ and often ਕਰਦੇ ਆ with very limited funding ਦੇ ਨਾਲ federal ਸਰਕਾਰ ਬਹੁਤ ਥੋੜੀ funding provide ਕਰਦੀ ਆ and so that's why ਸਾਨੂੰ important ਆ ਸਾਡੀ provincial ਸਰਕਾਰ ਨੇ step up ਕੀਤਾ and additional funding provide ਕੀਤਾ because ਸਾਨੂੰ ਪਤਾ ਨਵੇਂ immigrants ਇੱਥੇ ਬਹੁਤ ਆਉਂਦੇ ਆ international students ਆਉਂਦੇ ਆ and also refugees ਵੀ ਬਹੁਤ ਆਉਂਦੇ ਆ ਅਸੀਂ specific programming provide ਕੀਤਾ ਸੀ for Ukrainian refugees ਆਏ ਸੀ and ਸਾਨੂੰ ਪਤਾ ਇਹ world ਦੇ ਵਿੱਚ continue ਹੋਗਾ where ਇੱਥੇ ਕੈਨੇਡਾ ਦੇ ਵਿੱਚ ਆ ਸਕਦੇ ਆ individuals and ਇਹ supports provide ਕਰੂਗਾ ਇਹ ਪ੍ਰੋਗਰਾਮ ਪਹਿਲਾਂ ਵੀ ਚੱਲਦੇ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਪਹਿਲਾਂ ਇਹ ਸਾਰੇ ਪ੍ਰੋਗਰਾਮ ਚੱਲਦੇ ਸੀ ਹੁਣ ਤੁਸੀਂ ਇਹਦੇ ਵਿੱਚ ਕੀ ਅੱਗੇ ਕਰ ਰਹੇ ਹੋ ਤੇ ਅੱਗੇ ਇਹਦਾ ਕੀ ਮਤਲਬ ਇਹਦਾ ਫਿਊਚਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜੇ ਇੰਟਰਨੈਸ਼ਨਲ ਕ੍ਰੈਡੈਂਸ਼ੀਅਲਸ ਨੇ ਉਹਨੂੰ ਇੱਥੇ ਰੈਕੋਗਨਾਈਜ਼ ਕਰਨਾ ਹਾਂਜੀ ਬਿਲਕੁਲ ਅਸੀਂ certainly priority ਮੈਨੂੰ ਪ੍ਰੀਮੀਅਰ ਨੇ ਦਿੱਤਾ ਆ ਮੈਂ ਹੁਣ ਮਹੀਨਾ ਤੋਂ ਉੱਪਰ ਹੋ ਗਿਆ since ਮੈਨੂੰ ਨਵੀਂ ਇਹ responsibility ਦਿੱਤੀ ਸੀ international credential certainly support ਕਰਨਾ ਸਾਡੇ international students ਨੂੰ ਅਸੀਂ ਹੁਣ a lot of work provide ਕੀਤਾ ਹੈ ਸਾਡੀ ministry and ਸਾਡੀ ਸਰਕਾਰ ਨੇ on supporting international students but international credentials ਦੇ ਵਿੱਚ ਅਸੀਂ ਪਿਛਲੇ ਸਾਲ ਦੇ ਵਿੱਚ ਸਾਡੀ ਪਿਛਲੀ ਸੈਸ਼ਨ ਦੇ ਵਿੱਚ introduce ਕੀਤਾ ਸੀ international credential recognition 29 professions ਅਸੀਂ ਹੁਣ very hard work ਕਰਦੇ ਆ ਇਹ regulatory work so ਇਹ regulations in place ਪਾ ਸਕਦੇ ਆ summer ਤੋਂ ਪਹਿਲਾਂ where ਸਾਰੇ regulatory bodies ਨਵੇਂ rule ਦੇ follow ਕਰੋਗੇ and Mr. Singh very important acknowledgement ਚਾਹੀਦਾ ਕਰਦੇ ਨੂੰ that ਇਹ regulatory bodies ਕੋਈ independence ਹੈਗਾ ਬਸ ਸਾਨੂੰ ਚਾਹੀਦੇ ਆ ਇਹ skills and ਅਸੀਂ ਬਹੁਤ ਵਾਰੀ ਸੁਣੇ ਹੋਆ stories ਬਹੁਤ ਔਖੀ stories ਸੁਣੇ ਹੋਆ where ਇੱਥੇ individuals ਹੁੰਦੇ ਆ doctors ਜਾਂ nurses ਜਾਂ lawyers social workers, you name it, so many very important professions and ਇੱਥੇ ਆ ਕੇ ਬਹੁਤ ਦੁਖੀ ਦੇ ਨਾਲ ਉਹਦੇ credentials recognize ਕਰਦੇ and sometimes ਕਰਦੇ ਨਹੀਂ ਹੈਗੇ so ਅਸੀਂ eliminate ਕਰਦੇ ਆ Canadian work experience ਇਹ racist and discriminatory practice where ਇੱਥੇ individuals ਆ ਕੇ ਉਹ ਮੰਗਦੇ ਇੱਥੇ ਕੰਮ ਕਰਦੇ ਨੇ ਪਰ ਉੱਥੇ ਕੰਮ ਕਰ ਨਹੀਂ ਸਕਦੇ ਹੈਗੇ because ਉਹਦੇ credentials ਨਹੀਂ recognize ਕਰ ਸਕਦੇ ਹੈਗੇ ਅਸੀਂ ਇਹ language training programs ease and simulations ਕਰ ਸਕਦੇ ਆ because ਅਸੀਂ ਬਹੁਤ ਵਾਰੀ ਸੁਣੇ ਹੋਆ language programs very difficult ਆ and also ਦੋ ਵਾਰੀ ਬਸ ਸਾਲ ਦੇ ਵਿੱਚ offer ਕਰਦੇ ਆ and also costs ਵੀ ਠੀਕ ਕਰ ਸਕਦੇ ਆ ਅਸੀਂ ਬਹੁਤ ਵਾਰੀ ਸੁਣੇ ਹੋਆ where ਇੱਥੇ ਆ ਕੇ hundreds of thousands of dollars, tens of thousands of dollars ਖਰਚਾ ਬਹੁਤ ਲੱਗਦਾ ਆ just to get international students recognized. ਅਸੀਂ healthcare ਦੇ ਵਿੱਚ ਬਹੁਤ ਚਿਰ ਹੋ ਗਿਆ ਕੰਮ ਕਰਦੇ about 1.5 ਸਾਲ ਹੋ ਗਿਆ and some results ਅਸੀਂ ਦੇਖ ਸਕਦੇ ਆ ਇੱਥੇ ਸਾਡੇ ਕੋਲ international doctors ਹੁਣ ਕੰਮ ਕਰ ਲੱਗੇ and also international nurses ਕੰਮ ਕਰ ਸਕਦੇ ਆ and ਇਹ ਸਾਡੀ minister Adrian Dix ਨੇ already start ਕਰਤਾ and ਹੁਣ ਮੇਰੀ responsibility ਆ ਸਾਰੇ ਹੋਰ professions ਦੇ ਵਿੱਚ ਲੈ ਕੇ ਆਉਣ ਨੂੰ ਰਵੀ ਜੀ ਇਹਦੀ ਤੁਸੀਂ ਕੀ ਇਹਦੇ ਵਿੱਚ ਕਰ ਕੀ ਰਹੇ ਬੇਸਿਕਲੀ ਕਾਸਟ ਘਟਾਈ ਆ ਜਾਂ ਇਹਦਾ ਪ੍ਰੋਸੀਜਰ ਜਿਹੜਾ ਉਹਨੂੰ ਥੋੜਾ ਜਿਹਾ ਈਜ਼ੀ ਕਰ ਦਿੱਤਾ ਕਿ ਜਾਂ ਉਹਨੂੰ ਥੋੜਾ ਜਿਹਾ ਫਾਸਟ ਕਰ ਦਿੱਤਾ ਕਿ ਜਲਦੀ ਇਹ ਸਾਰਾ ਕੁਝ ਹੋ ਜਾਵੇ ਐਕਚੁਅਲੀ ਕਿਸ ਡਾਇਰੈਕਸ਼ਨ 'ਚ ਕੰਮ ਕੀਤਾ ਜਾ ਰਿਹਾ ਜੀ ਹਾਂਜੀ ਬਿਲਕੁਲ ਮਿਸਟਰ ਸਿੰਘ I think the number one responsibility certainly ਤੁਸੀਂ ਟੱਚ ਕਰ ਲਿਆ ਅਸੀਂ eliminate ਕਰਤਾ Canadian work experience ਅਸੀਂ costs ਕੱਟ ਕਰਤਾ ਅਸੀਂ accountability really key piece ਹੋਣੀ ਆ ਅਸੀਂ ਹੁਣ ਸਾਡੇ ਸਾਰੇ regulatory bodies ਨੂੰ ਦੱਸਿਆ ਆ ਅਸੀਂ implement ਕਰਤਾ superintendent of professional governance ਇਹ superintendent ਸਾਡੀ ਸਰਕਾਰ ਦੇ ਵਿੱਚ ਹੋਗਾ and ਇਹਦੀ responsibility ਹੋਗੀ ਇਹ ਸਾਡੇ ਸਾਰੇ regulatory bodies ਦੇ ਨਾਲ ਕੰਮ ਕਰਨ ਨੂੰ to ensure that ਇਹ efficiency ਹੋਗੇ and ਸਾਲ ਬਾਅਦ every regulatory body ਇਹ superintendent ਨੂੰ report produce ਕਰੋਗੇ to show whether ਇਹ successful ਹੋ ਸਕਦੇ ਆ Mr. Singh ਅਸੀਂ ਬਹੁਤ ਵਾਰੀ stories ਸੁਣੇ ਹੋਆ where ਇੱਥੇ ਆ ਕੇ ਲੋਕ ਆਉਂਦੇ ਆ ਉਹਦੀ submissions ਕਰਦੇ ਆ regulatory body ਨੂੰ and some week 2 week ਬਾਅਦ ਸੁਣ ਸਕਦੇ some ਤਾਂ ਮਹੀਨੇ ਸਾਲ ਬਾਅਦ ਨਹੀਂ ਸੁਣਦੇ ਹੈਗੇ whether ਉਹਦੀ success ਹੋਇਆ or not ਇਹ unacceptable ਆ ਅਸੀਂ regulatory bodies ਨੂੰ ਦੱਸਿਆ ਆ that's unacceptable and ਇਹ change ਕਰਨਾ ਪੈਣਾ and if it change ਨਾ ਕਰੋਗੇ ਤੇ ਸਾਡੀ minister ਕੋਲ power ਹੈਗਾ ਆ actions take ਕਰਨੇ ਨੂੰ and so very important data collection tool ਸਾਡੀ legislation ਨੇ provide ਕੀਤਾ where a superintendent action provide ਕਰ ਸਕਦਾ ਹੈ
ਵੈਸੇ ਤਾਂ ਰਵੀ ਜੀ ਤੁਸੀਂ ਕਿਉਂਕਿ ਬਾਹਰ ਹੋ ਇਸ ਕੰਮ ਦੇ, ਇਸ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਪਰ ਕੁਛ ਜਿਹੜੀਆਂ ਐਡਵਾਂਟੇਜਸ ਹੁੰਦੀਆਂ, ਕੁਛ ਫਾਇਦੇ ਹੁੰਦੇ ਆ ਸਾਨੂੰ। ਜਿਵੇਂ ਤੁਹਾਡਾ ਸੰਬੰਧ ਪੰਜਾਬੀ ਕਮਿਊਨਿਟੀ ਦੇ ਨਾਲ ਆ, ਅਤੇ ਤੁਸੀਂ ਭਾਵੇਂ ਇੱਥੋਂ ਦੇ ਬੋਰਨ ਬਰੌਟ ਅਪ ਹੋ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਸਟੋਰੀਆਂ ਸਾਡਾ ਪਾਰਟ ਹੁੰਦੀਆਂ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਆ ਅਤੇ ਬੇਸ਼ੱਕ ਜਿਹੜੇ ਉੱਥੋਂ ਕੋਈ ਸਕਿਲਡ ਕੰਮ ਕਰਕੇ ਇੱਥੇ ਆਏ ਆ। ਉਸ ਗੱਲ ਦਾ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਕਿ ਤੁਸੀਂ ਜ਼ਿਆਦਾ ਚੰਗੀ ਤਰ੍ਹਾਂ ਇਸ ਪ੍ਰੋਬਲਮ ਨੂੰ ਸਮਝ ਸਕਦੇ ਹੋ? ਮਿਸਟਰ ਸਿੰਘ, ਮੈਂ ਇਹ ਪ੍ਰੋਬਲਮ ਪੂਰੀ ਨਹੀਂ ਸਮਝਿਆ, ਬਿਕਾਜ਼ ਮੈਨੂੰ ਇਹ ਫੁੱਲ ਲਾਈਫ ਸਟੋਰੀ ਮੇਰੀ ਨਹੀਂ ਹੈਗੀ। ਇਹ ਸਟੋਰੀ ਹੈਗੀ ਆ ਸੋ ਮੈਨੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤਾਂ ਹੀ ਮੈਂ ਇੱਥੇ ਵੈਂਕੂਵਰ ਦੇ ਵਿੱਚ ਆਇਆ ਜਾਂ ਦਿਸ ਵੀਕ ਇਹ ਸਟੋਰੀ ਸੁਣਨ ਨੂੰ। ਮੈਂ ਅੱਜ ਨਾਲ ਕੱਲ੍ਹ ਪਰਸੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਗੱਲ ਕੀਤੀ, ਉਹਨਾਂ ਦੁਖੀਆਂ ਸਟੋਰੀਆਂ ਸੁਣੀਆਂ ਇੱਥੇ ਆ ਕੇ, ਕਿੰਨੀ ਹਾਰਡ ਲਾਈਫ ਆ। ਐਂਡ ਮੈਂ ਮੰਗਦਾ ਉਹਨੂੰ ਅੰਡਰਸਟੈਂਡ ਕਰਨ ਨੂੰ, that ਮੈਂ ਉਹਦੀ ਵੋਇਸ ਹੈਗਾ ਗਵਰਨਮੈਂਟ ਦੀ ਸਰਕਾਰ ਦੇ ਵਿੱਚ। ਮੈਂ ਅੰਡਰਸਟੈਂਡ ਉਹ ਮੰਗਦਾ ਕਰਨ ਨੂੰ, that ਉਹ ਸਾਡੀ ਫੈਡਰਲ ਗਵਰਨਮੈਂਟ ਨੇ ਸਕੇਪਗੋਟ ਇੰਟਰਨੈਸ਼ਨਲ ਸਟੂਡੈਂਟਸ ਨੂੰ ਪ੍ਰੋਵਾਈਡ ਕੀਤਾ ਆ। ਦੈਟਸ ਅਨਐਕਸੈਪਟੇਬਲ। ਅਸੀਂ ਉਹਦੀ ਸਟਰੋਂਗ ਵੋਇਸ ਹੋ ਗਏ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਦੇ ਵਿੱਚ, ਅਸੀਂ ਚੇਂਜਸ ਪ੍ਰੋਵਾਈਡ ਕਰੋਗੇ, ਅਸੀਂ ਅਕਾਊਂਟੇਬਿਲਿਟੀ ਪ੍ਰੋਵਾਈਡ ਕਰੋਗੇ। ਅਸੀਂ ਸਰਟਨਲੀ ਮੈਸੇਜ ਭੇਜਿਆ ਆ ਇਹ ਪ੍ਰਾਈਵੇਟ ਯੂਨੀਵਰਸਿਟੀਜ਼ ਐਂਡ ਕਾਲਜਸ ਐਂਡ ਕੰਸਲਟੈਂਟਸ ਨੂੰ, if ਤੁਸੀਂ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਕਸਪਲੋਇਟ ਕਰੋਗੇ, ਸਾਡੇ ਨਿਆਣਿਆਂ ਨੂੰ ਐਕਸਪਲੋਇਟ ਕਰੋਗੇ, ਅਸੀਂ ਤੈਨੂੰ ਸ਼ਟ ਡਾਊਨ ਕਰੋਗੇ। And certainly on international credentials, Mr. Singh, मैं also both that's stories सुनिया या very difficult stories, and certainly if the listeners सुनते हैं and उनको examples है गया, please मैंने reach out करो, message page दो Facebook दे or Instagram or Twitter दे, और सानू email करो। मैं बिल्कुल meet करूँगा international students। मैं इत्थे Vancouver Surrey area दे विच a lot of time spend करना over the next number of weeks and months। ਇਹ ਸਟੋਰੀਆਂ ਸੁਣਨ, and also interior of BC and Victoria area ਦੇ ਵਿੱਚ ਵੀ as well। ਰਵੀ ਜੀ, ਇੱਕ ਆਖਰੀ ਸਵਾਲ, ਅਸੀਂ ਪਿਛਲੀ ਵਾਰੀ ਵੀ ਇਹਦੇ ਉੱਤੇ ਗੱਲਬਾਤ ਕੀਤੀ ਸੀ, ਉਹਦੇ ਬਾਰੇ ਵੀ ਅਸੀਂ ਅਪਡੇਟ ਚਾਹੁੰਦੇ ਹਾਂ। ਜਿਹੜੇ ਫੈਡਰਲ ਸਰਕਾਰ ਨੇ ਕੁਛ ਰੂਲ ਚੇਂਜ ਕੀਤੇ ਸੀ ਇੰਟਰਨੈਸ਼ਨਲ ਸਟੂਡੈਂਟਸ ਦੇ ਸੰਬੰਧ ਦੇ ਵਿੱਚ, ਉਹਦੇ ਲਈ ਜਿਹੜੀਆਂ ਲੈਟਰ ਸੀ ਜਾਂ ਉਹ ਪ੍ਰੋਸੈਸ ਜਿਹੜਾ ਕਾਲਜਸ ਨੂੰ ਦਿੱਤਾ ਜਾਣਾ ਸੀ, ਉਹ ਪ੍ਰੋਸੈਸ ਪੂਰਾ ਹੋ ਰਿਹਾ ਜੀ? ਹਾਂਜੀ ਮਿਸਟਰ ਸਿੰਘ, ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ, ਅਰੈਸਟੇਸ਼ਨ ਲੈਟਰਸ ਰੋਲ ਆਊਟ ਹੋ ਗਏ ਸੀ। 85,000 ਅਰੈਸਟੇਸ਼ਨ ਲੈਟਰਸ ਸਾਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਡਰਲ ਸਰਕਾਰ ਨੇ ਦਿੱਤਾ। ਅਗੇਨ ਫੈਡਰਲ ਸਰਕਾਰ ਨੇ ਵੈਰੀ ਹੈਵੀ ਹੈਂਡਡ ਅਪਰੋਚ ਟੇਕ ਕੀਤਾ ਸੀ ਇਹ ਇੰਟਰਨੈਸ਼ਨਲ ਸਟੂਡੈਂਟ ਫਾਈਲ ਦੇ ਨਾਲ। ਅਸੀਂ ਹੁਣ ਡੀਲ ਕਰਦੇ ਕੌਨਸੀਕੁਐਂਸਿਸ ਦੇ ਨਾਲ, ਬਟ ਸਰਟਨਲੀ ਮੈਂ ਮੰਗਦਾ ਭੇਜਣ ਇਹਨੂੰ ਮੈਸੇਜ ਤੇਰੇ ਲਿਸਨਰਸ, ਵੈਦਰ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਔਰ ਅਦਰ ਪਾਰਟਸ ਆਫ ਦ ਕੰਟਰੀ ਔਰ ਇੰਡੀਆ ਦੇ ਵਿੱਚ ਵੀ ਹੈਗੇ ਆ, that ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੀਂ ਮੰਗਦੇ ਆ ਇੰਟਰਨੈਸ਼ਨਲ ਸਟੂਡੈਂਟਸ, ਬਿਕਾਜ਼ ਸਾਨੂੰ ਪਤਾ ਆ ਸਾਡੀ ਕੰਪੈਟੀਟਿਵ ਐਡਵਾਂਟੇਜ, ਸਾਡੀ ਨੰਬਰ 1 ਰਿਸਪੌਂਸਿਬਿਲਿਟੀ ਸਾਡੀ ਸਰਕਾਰ ਨੇ ਫੋਕਸ ਕੀਤਾ ਹੈ ਸਿੰਸ ਡੇ 1 ਇਜ਼ ਪੀਪਲ। ਐਂਡ ਸਾਨੂੰ ਪੀਪਲ ਚਾਹੀਦੇ ਆ, ਸਾਨੂੰ ਡਾਕਟਰਸ, ਨਰਸਿਸ, ਇੰਜੀਨੀਅਰਸ, you name it, individuals ਚਾਹੀਦੇ ਆ। So that's why ਅਸੀਂ very hard work ਕਰਦੇ ਆ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਬ੍ਰਿੰਗ ਕਰਨ ਨੂੰ, but also ensure that ਉਹ successful ਆ। ਤਾਂ ਹੀ ਤਾਂ ਅਸੀਂ ਸਟੂਡੈਂਟ ਹਾਊਸਿੰਗ ਬਣਾਉਂਦੇ ਆ ਯੂਨੀਵਰਸਿਟੀ ਕਾਲਜ ਕੈਂਪਸਿਸ ਦੇ ਨਾਲ। ਸਾਨੂੰ ਪਤਾ ਸੀ ਪ੍ਰੋਵਿੰਸ਼ੀਅਲ ਸਰਕਾਰ BC ਲਿਬਰਲ ਹੁਣ ਉਹ BC UP ਕਾਲ ਕਰਦੇ ਆ, ਹੁਣ ਲੈਸ ਦੈਨ 100 ਯੂਨਿਟਸ ਸਟੂਡੈਂਟ ਹਾਊਸਿੰਗ ਬਿਲ ਕੀਤਾ। ਅਸੀਂ 7 ਸਾਲਾਂ ਦੇ ਵਿੱਚ 8,000 ਸਟੂਡੈਂਟ ਹਾਊਸਿੰਗ ਬੈਡਸ ਬਿਲ ਕਰਤਾ, and ਅਸੀਂ ਸਰਟਨਲੀ ਮੋਰ ਕਰੋਗੇ। ਜੀ ਰਵੀ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਥੈਂਕ ਯੂ ਵੈਰੀ ਮਚ। ਹਾਂਜੀ ਬਿਲਕੁਲ, ਐਨੀ ਟਾਈਮ ਮਿਸਟਰ ਸਿੰਘ, ਥੈਂਕ ਯੂ ਸੋ ਮਚ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।